I'm also good. सब तो पहला ਤਾਂ ਅੱਜ ਦਾ ਜਿਹੜਾ ਦਿਨ ਹੈ ਕਾਫੀ ਇੰਪੋਰਟੈਂਟ ਹੈ, ਸਭ ਨੂੰ ਪਤਾ ਹੈ ਨਾ। ਤਾਂ ਮੇਰੇ ਵੱਲੋਂ ਸਾਰੇ ਮੇਰੇ ਛੋਟੇ ਭੈਣ ਭਰਾਵਾਂ ਨੂੰ, ਠੀਕ ਹੈ, ਸਾਰਿਆਂ ਨੂੰ ਹੈਪੀ ਰੱਖੜੀ। Thank you, sir. Thank you, sir. Same to you. Thank you, sir. Thank you, sir. ਤਾਂ ਮੇਰੀ ਇੱਕ ਰੱਖੜੀ ਤੁਸੀਂ ਸੰਭਾਲ ਕੇ ਰੱਖ ਲਿਓ। ਅੱਛਾ, ਜਦੋਂ ਸਕੂਲ ਚ ਆਵਾਂਗੇ ਤੁਸੀਂ ਮੈਨੂੰ ਉਦੋਂ ਦੇ ਦਿਓ, ਠੀਕ ਹੈ। Okay, sir. ਹਾਂਜੀ Okay, sir. ਬੱਚੇ ਆਪਣੇ ਕੋਲ 3 ਮਿੰਟ ਰਹਿ ਗਏ, ਠੀਕ ਹੈ। 9:57 ਹੋ ਗਏ, ਸਹੀ 10 o'clock ਆਪਾਂ ਆਪਣਾ ਲੈਕਚਰ ਸਟਾਰਟ ਕਰਾਂਗੇ, ਠੀਕ ਹੈ। 3 ਮਿੰਟ ਜਸਟ 2 ਮਿੰਟ ਰਹਿ ਗਏ, 2 ਮਿੰਟ ਹੋਰ ਵੇਟ ਕਰਾਂਗੇ। ਜਿਹੜੇ ਸਟੂਡੈਂਟਸ ਨਹੀਂ ਆਏ ਉਹਨਾਂ ਨੂੰ ਆਪਾਂ ਐਡ ਕਰ ਲਈਏ, ਫਿਰ ਆਪਾਂ ਸਟਾਰਟ ਕਰਾਂਗੇ। ਅੱਛਾ, ਲਾਸਟ ਟਾਈਮ ਅਸੀਂ ਰਿਫਲੈਕਸ਼ਨ ਦੇ ਲਾਜ਼ ਪੜ੍ਹੇ ਸੀਗੇ, ਲਾਜ਼ ਆਫ ਰਿਫਲੈਕਸ਼ਨ, ਹਨਾ। ਤਾਂ ਪਹਿਲਾਂ ਉਹਨੂੰ ਆਪਾਂ ਰਿਵਾਈਜ਼ ਕਰਾਂਗੇ, ਠੀਕ ਹੈ। ਜਿਹੜੀ ਵੀਡੀਓ ਲਾਸਟ ਟਾਈਮ ਆਪਣੀ ਰਹਿ ਗਈ ਸੀ ਉੱਥੋਂ ਆਪਾਂ ਸਟਾਰਟ ਕਰਾਂਗੇ, ਤੇ ਫਿਰ ਉਹਦਾ ਐਕਸਪੈਰੀਮੈਂਟ ਕਿੱਦਾਂ ਤੁਸੀਂ ਘਰ ਵਿੱਚ ਪਰਫਾਰਮ ਕਰ ਸਕਦੇ ਹੋ, ਫਿਰ ਮੈਂ ਤੁਹਾਨੂੰ ਉਸ ਐਕਸਪੈਰੀਮੈਂਟ ਬਾਰੇ ਦੱਸੂਗਾ, ਠੀਕ ਹੈ ਜੀ। ਤੇ ਕੋਸ਼ਿਸ਼ ਕਰਿਓ ਵੀ ਤੁਸੀਂ ਉਹ ਐਕਸਪੈਰੀਮੈਂਟ ਖੁਦ ਕਰਕੇ ਵੀ ਦੇਖਿਓ, ਠੀਕ ਹੈ। ਤੁਹਾਨੂੰ ਬੜਾ ਅੱਛਾ ਵੀ ਲੱਗੂਗਾ, ਤੇ ਤੁਹਾਨੂੰ ਜਿਹੜਾ ਕੀ ਹੈ ਕਨਸੈਪਟ ਆ ਉਹ ਵੀ ਕੀ ਹੈ ਤੁਹਾਨੂੰ ਕੀ ਹੈ ਸਮਝ ਆ ਜਾਊਗਾ। ਮਤਲਬ ਰੱਟਾਫਿਕੇਸ਼ਨ ਦੀ ਲੋੜ ਨਹੀਂ ਪਏਗੀ। ਜਦੋਂ ਅਸੀਂ ਕੁਝ ਕੋਈ ਕੰਮ ਆਪਣੇ ਹੱਥ ਨਾਲ ਕਰਕੇ ਦੇਖ ਲੈਣਾ ਤਾਂ ਸਾਨੂੰ ਉਹ ਯਾਦ ਰੱਖਣ ਦੀ ਲੋੜ ਨਹੀਂ ਪੈਂਦੀ, ਉਹ ਸਾਡੇ ਗੱਲ ਦਿਮਾਗ ਦੇ ਵਿੱਚ ਬੈਠ ਜਾਂਦੀ ਹੈ, ਠੀਕ ਹੈ ਜੀ। ਤਾਂ 11 ਸਟੂਡੈਂਟਸ ਹੋ ਗਏ। ਆਈ ਥਿੰਕ ਆਪਾਂ ਨੂੰ ਹੁਣ ਟਾਈਮ ਵੇਸਟ ਨਹੀਂ ਕਰਨਾ ਚਾਹੀਦਾ, ਠੀਕ ਹੈ। ਤਾਂ ਮੈਂ ਇਹੀ ਕਹੂੰਗਾ ਸਾਰਿਆਂ ਨੂੰ, ਪਲੀਜ਼ ਆਪਣੀ ਵੀਡੀਓ ਨੂੰ ਜ਼ਰੂਰ ਔਨ ਕਰ ਲਓ ਤੇ ਆਪਣਾ ਆਡੀਓ ਜਿਹੜਾ ਉਹ ਆਫ ਹੀ ਰੱਖੋ, ਤਾਂ ਕਿ ਲੈਕਚਰ ਨੂੰ, ਵੀਡੀਓ ਦੇਖੋ ਰੋਜ਼ ਹੀ ਔਨ ਰੱਖਿਆ ਕਰੋ, ਤਾਂ ਕਿ ਲੈਕਚਰ ਦੀ ਜਿਹੜੀ ਕਮਿਊਨੀਕੇਸ਼ਨ ਹੈ ਨਾ ਉਹ ਵਧੀਆ ਤਰੀਕੇ ਨਾਲ ਹੋ ਸਕੇ। ਹਾਂਜੀ, ਹੁਣ ਜਿਵੇਂ ਵੰਸ਼ ਦੇਖੋ ਸੁੱਤਾ ਪਿਆ, ਘਰੇ ਬੈਠੇ ਪੜ੍ਹਦੇ ਆਪਾਂ, ਇਹਦਾ ਮਤਲਬ ਇਹਦੀ ਸੋ ਕੇ ਨਹੀਂ ਪੜ੍ਹਨਾ ਹੈਗਾ। ਤਾਂ ਹੀ ਮੈਂ ਕਹਿੰਦਾ ਵੀ ਵੀਡੀਓ ਤੁਹਾਡੀ ਔਨ ਹੋਣੀ ਚਾਹੀਦੀ ਹੈ, ਤਾਂ ਕਿ ਮੈਨੂੰ ਪਤਾ ਲੱਗੇ ਵੀ ਕੌਣ ਕਿੰਨੇ ਕੁ ਆਰਾਮ ਨਾਲ ਬਹਿ ਕੇ ਪੜ੍ਹ ਰਿਹਾ। ਹੁਣ ਦੇਖੋ ਵੰਸ਼ ਸੁੱਤਾ ਪਿਆ ਸੀ, ਹਨਾ ਵੰਸ਼, ਵੀ ਘਰੇ ਬੈਠ ਕੇ ਪੜ੍ਹ ਰਹੇ ਆ, ਠੀਕ ਹੈ ਜੀ, ਆਰਾਮ ਨਾਲ ਸੁਣੋ। ਅੱਛਾ, ਸਕੂਲ ਦੀ ਇੰਪੋਰਟੈਂਸ ਤਾਂ ਪਤਾ ਲੱਗਦੀ ਹੋਣੀ ਹੈ ਕਿ ਸਕੂਲ ਦੀ ਕੀ ਇੰਪੋਰਟੈਂਸ ਹੁੰਦੀ ਹੈ। ਹਾਂਜੀ, sir. ਜਿਹੜਾ ਉਦੋਂ ਜ਼ਿੰਦਗੀ ਦੇ ਵਿੱਚ ਕਰਦੇ ਰਹਿੰਦੇ ਸੀਗੇ ਵੀ ਛੁੱਟੀ ਹੋ ਜੇ ਜੀ, ਛੁੱਟੀ ਹੋ ਜੇ, ਸਕੂਲ 'ਚ ਛੁੱਟੀ ਹੋ ਜਾਏ, ਮਹੀਨੇ ਦੀ ਛੁੱਟੀਆਂ 2 ਮਹੀਨੇ ਦੀਆਂ, ਇਸ ਤੋਂ ਬਾਅਦ ਤਾਂ ਨਹੀਂ ਮੈਨੂੰ ਲੱਗਦਾ ਵੀ ਕਹੋਗੇ ਹਨਾ ਵੀ ਛੁੱਟੀਆਂ ਹੋ ਜਾਣ। ਹਾਂਜੀ ਬੱਚੇ, ਡੋਂਟ ਵੇਸਟ ਯੂਅਰ ਟਾਈਮ, ਜਲਦੀ ਜਲਦੀ ਆਪਣੀ ਵੀਡੀਓ ਨੂੰ ਔਨ ਕਰੋ ਪਲੀਜ਼, ਇਟਸ ਮਾਈ ਹੰਬਲ ਰਿਕੁਐਸਟ। ਪ੍ਰਦੀਪ, ਜੈਸਮੀਨ, ਗਗਨਜੀਤ, ਦਾਨੇਸ਼, ਰਸ਼ਮੀਤ, ਹਾਂਜੀ ਇੱਕ ਜਗ੍ਹਾ ਤੇ ਬੈਠ ਜਾਓ ਪੁੱਤਰ, ਕੋਈ ਚੇਅਰ ਵਗੈਰਾ ਤੇ ਬੈਠ ਜਾਓ, ਕੋਈ ਟੇਬਲ ਤੇ ਬੈਠ ਜਾਓ, ਆਰਾਮ ਨਾਲ ਮੋਬਾਈਲ ਸਾਹਮਣੇ ਰੱਖ ਲਓ, ਠੀਕ ਹੈ। ਤੁਹਾਨੂੰ ਦੱਸਿਆ ਵੀ ਨੋਟਸ ਬਣਾਉਣ ਦੀ ਤੁਹਾਨੂੰ ਕੋਈ ਲੋੜ ਨਹੀਂ, ਨੋਟਸ ਤੁਹਾਨੂੰ ਮਿਲਣਗੇ, ਤੁਸੀਂ ਜਸਟ ਮੇਰਾ ਲੈਕਚਰ ਸੁਣਨਾ ਹੈਗਾ। ਹਾਂਜੀ, ਆਰਾਮ ਨਾਲ ਬੈਠ ਜਾਓ ਬਿਲਕੁਲ। ਹੈੱਡਫੋਨ ਲਾ ਲਿਆ ਕਰੋ, ਹੈੱਡਫੋਨ ਕੀ ਹੈ ਜ਼ਿਆਦਾ ਵਧੀਆ ਰਹਿੰਦੇ ਨੇ। ਜੇ ਨਹੀਂ ਹੈਗੇ ਇਸ ਟਾਈਮ ਚਲੋ ਕੋਈ ਗੱਲ ਨਹੀਂ, ਅੱਗੇ ਤੋਂ ਧਿਆਨ ਰੱਖਿਓ। ਚਲੋ ਜੈਸਮੀਨ, ਦਾਨੇਸ਼, ਇਸ਼ਾਨ ਗਰਗ ਬਹੁਤ ਘੱਟ ਗੱਲ ਸੁਣਦਾ ਹੈ, ਕੀ ਦਿੱਕਤ ਹੈ। ਮਾਨਵ ਕਾਠ, ਰਸ਼ਮੀਤ, ਬੱਚੇ ਆਪਣੀ ਵੀਡੀਓ ਨੂੰ ਔਨ ਕਰੋ, ਡੋਂਟ ਵੇਸਟ ਯੂਅਰ ਟਾਈਮ। ਇੱਕ ਰਣਧੀਰ ਸਿੰਘ ਦੇ ਨਾਮ ਤੇ ਵੀ ਕਿਸੇ ਦੀ ਆਈਡੀ ਹੈ, ਬੱਚੇ ਤੁਸੀਂ ਵੀ ਆਪਣੀ ਜਿਹੜੀ ਵੀਡੀਓ ਨੂੰ ਔਨ ਰੱਖੋ। ਦੇਖੋ ਇਸ ਮੇਰੇ ਵਾਲੀ ਸਾਈਡ ਤੋਂ ਸਾਰਿਆਂ ਦੀ ਕੀ ਹੈ ਰਿਕਾਰਡਿੰਗ ਚੱਲਦੀ ਹੈ, ਠੀਕ ਹੈ। ਤੁਹਾਨੂੰ ਉੱਪਰ ਮੈਂਸ਼ਨ ਵੀ ਹੋ ਰਿਹਾ ਹੋਣਾ ਵੀ ਰਿਕਾਰਡਿੰਗ ਜਿਹੜੀ ਕੀ ਹੈ ਲੈਕਚਰ ਦੀ ਕੀ ਹੈ ਰਿਕਾਰਡਿੰਗ ਹੋ ਰਹੀ ਹੈ, ਇਹ ਤੁਹਾਡੇ ਬੈਨੀਫਿਟ ਦੇ ਲਈ ਹੀ ਹੋ ਰਹੀ ਹੈ, ਤਾਂ ਕਿ ਜੇ ਲੋੜ ਪਵੇ ਤਾਂ ਤੁਹਾਨੂੰ ਕੀ ਹੈ ਇਹ ਵੀਡੀਓ ਮੈਂ ਸੈਂਡ ਵੀ ਕਰ ਸਕਾਂ, ਠੀਕ ਹੈ ਜੀ। ਤਾਂ ਆਈ ਹੋਪ ਕਿ ਆਲ ਯੂ ਆਰ ਸੇਫ ਐਟ ਯੂਰ ਹੋਮ। ਰਸ਼ਮੀਤ ਸਿੰਘ, ਬੱਚੇ ਤੁਹਾਡਾ ਕਿਹੜਾ ਸੈਕਸ਼ਨ ਸੀ 9th ਕਲਾਸ 'ਚ? Sir, C section. ਅੱਛਾ ਠੀਕ ਹੈ। ਦਾਨੇਸ਼ ਤਾਂ ਐਂ ਲੱਗਦਾ ਜਿਵੇਂ ਮਤਲਬ ਉਹਦੇ ਵਿੱਚ 에ਅਰਪਲੇਨ ਦੇ ਵਿੱਚ ਬੈਠਾ ਹੁੰਦਾ, ਲਾਈਕ ਅ ਪਾਇਲਟ। ਗੁੱਡ, ਚਲੋ ਬਹੁਤ ਖੁਸ਼ੀ ਹੁੰਦੀ ਹੈ ਜੀ ਬੱਚਿਆਂ ਨੂੰ ਮਤਲਬ ਦੇਖ ਕੇ। ਅੱਛਾ, ਇੱਕ ਲੜਕੀ ਹੈ ਜੈਸਮੀਨ, ਠੀਕ ਹੈ, ਪ੍ਰਦੀਪ, ਠੀਕ ਹੈ, ਗਗਨਜੀਤ, ਓਕੇ ਚਲੋ ਜੀ। ਤਾਂ ਬੱਚੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਕੀ ਹੈ ਲਾਅ ਆਫ ਜਿਹੜਾ ਰਿਫਲੈਕਸ਼ਨ ਪੜ੍ਹਿਆ ਸੀ ਉਹਦੀ ਵੀਡੀਓ ਜਿਹੜੀ ਆਪਣੀ ਲਾਸਟ ਟਾਈਮ ਕੀ ਹੈ ਰਹਿ ਗਈ ਸੀ ਨਾ, ਮੈਂ ਉਹ ਤੁਹਾਨੂੰ ਪਹਿਲਾਂ ਉਹ ਵਾਚ ਕਰਾਉਂਗਾ, ਤੇ ਉਹਦਾ ਐਕਸਪੈਰੀਮੈਂਟ ਆਪਣੇ ਮੋਬਾਈਲ ਨੂੰ ਨਾ ਸਾਹਮਣੇ ਕੋਈ ਜਗ੍ਹਾ ਤੇ ਪਲੇਸ ਕਰ ਲਿਆ ਕਰੋ, ਤਾਂ ਕਿ ਤੁਹਾਨੂੰ ਬਾਰ-ਬਾਰ ਉਹਨੂੰ ਹਿਲਾਉਣਾ ਨਾ ਪਵੇ, ਠੀਕ ਹੈ। ਤਾਂ ਮੈਂ ਵੀਡੀਓ ਸ਼ੇਅਰ ਕਰ ਰਿਹਾ ਤੁਹਾਨੂੰ, ਠੀਕ ਹੈ।
जिन्हें बच्चे ने ना अपनी साइड तो म्यूट नहीं लगाया हुआ, म्यूट लगा लो जी ताकि डिस्टरबेंस ना हो विच। हाँ जी, मैं स्टार्ट कर रहा हूं, ठीक है। In our previous video, we discussed the two laws of reflection. Today, बस एक बार लास्ट बार डिस्टर्ब करूंगा। देखो आवाज आई सी जो मैं वीडियो प्ले की थी, ये दस दो बस मेनू। हाँ जी सर। बस ठीक है, डन। we will do one cool experiment that you can do at your home to verify the laws. Cover a table with a white sheet of paper. Take a comb and cover all its openings except the middle one. You can use black paper to cover them. Place the comb perpendicular to the white sheet of paper as shown. Now light up a torch. Throw its light through the opening of the comb from one side. Adjust the torch in such a way that you should be able to see the light on the white sheet of paper. Next, we place the plane surface of the mirror in the path of this light. What did you see? Did the light get reflected? Yes, you can clearly see the reflection of light on the sheet of paper. Represent this light with the incident ray and reflected ray drawn on this white sheet of paper like this. Also draw a normal to the mirror surface. Remember, normal is a perpendicular line drawn at the point of incidence. What are these two angles called? This angle is called angle of incidence and represented by I, while this angle is called angle of reflection represented by R. Measure these two angles with the help of a protractor. The measure of the two angles will almost be the same. They are approximately equal. This is the first law of reflection. So with this experiment, you can verify this law. Well, if you're still not convinced, you can take further readings by changing the direction of the incident light. Change this angle of incidence by moving the comb slightly. Make sure that the point of incidence is the same in both cases. That is, this point here is same as it was previously. But notice that this time the angle of incidence is greater than the previous one. So by the first law of reflection of light, the angle of reflection should also be greater. And that is the case indeed. Measure both the angles and again you will find that they are approximately equal. Take two more readings to complete this table. Do you notice anything strange here? The first law tells us that angle of incidence is equal to angle of reflection and not approximately equal. Why am I using the word approximately? Well, there are chances of errors that may come about during measurements of things. We can refer to them as human errors. It also depends on narrowness of the light beam. Narrower the beam, more accurate will be the results. And this is the reason why we are passing a light through the small opening of the comb. Only a narrow beam of light from the torch passes through the small slit. This minimizes the error in the measurement. Also, one more thing that we need to keep in mind is that the beam of light is different from the ray of light. For example, in this experiment, the light you see is a beam of light. A ray of light is simply an idealization of a beam. We can see a beam, but we cannot see a ray of light. However, हाँ जी स्टूडेंट्स, बच्चे अपनी साइड तो म्यूट लगा के रखो जी, डिस्टरबेंस ना क्रिएट करो। हाँ जी बच्चे, वीडियो देख के जो मैं लॉ समझाया सी वो क्लियर होया? यस सर। अच्छा, एक चीज बड़ी इंपॉर्टेंट जी इत्थे बोली गई है, मैं थोड़ा जिहा रिवाइंड करूंगा। देखो जेड़ा एंगल आई है ना वो हैगा 30 डिग्री ते एंगल आर हैगा नियर अबाउट 29.9। ਤਾਂ ਤੁਸੀਂ ਇੱਥੇ ਕੁਐਸਚਨ रेज कर सकते हो। वैसे इन्होंने आंसर दे भी दिता कि ਜਿਹੜੇ ਕੀ ਹੈ एंगल ऑफ आई ਤੇ एंगल ऑफ आर ਉਹ अप्रोक्सीमेटली इक्वल ਹੁੰਦੇ ਆ बिकॉज ऑफ सम एरर्स। देखो ह्यूमन एरर्स हो सकते हैं, जिवें ਤੁਸੀਂ कोई एक्सपेरिमेंट परफॉर्म कर रहे हो है ना, ਤਾਂ ਹੋ ਸਕਦਾ ਜਿਹੜੀ ਕੀ ਹੈ ਲਾਈਟ ਤੁਸੀਂ ਫॉल ਕਰਾ ਰਹੇ ਹੋ ਉਹ ਨੈਰੋ ਨਹੀਂ ਹੈਗੀ। दैट मींस ਇੱਕ ਰੇ ਆਫ ਲਾਈਟ ਨਹੀਂ ਹੈਗੀ, ਲਾਈਟ ਕਿਤੋਂ ਨਾ ਕਿਤੋਂ ਥੋੜੀ ਬਹੁਤ ਡਾਈਵਰਜ ਹੋ ਰਹੀ ਹੈ, ਤਾਂ ਆਪਣੇ ਕੋਲੇ ਰੀਡਿੰਗ ਦੇ ਵਿੱਚ ਐਰਰ ਆਏਗਾ।
ਹੋ ਸਕਦਾ ਜਦੋਂ ਤੁਸੀਂ ਐਕਸਪੈਰੀਮੈਂਟ ਕਰ ਰਹੇ ਹੋਵੋਗੇ ਉਸ ਟਾਈਮ ਤੇ ਕੀ ਹੈ ਮਤਲਬ ਤੁਹਾਡਾ ਐਕਸਪੈਰੀਮੈਂਟ ਵੱਲ ਧਿਆਨ ਨਹੀਂ ਹੈਗਾ ਹਨਾ, ਤਾਂ ਧਿਆਨ ਨਹੀਂ ਹੈਗਾ ਦੈਟ ਮੀਨਸ ਤੁਹਾਡਾ ਐਕਸਪੈਰੀਮੈਂਟ ਵਿੱਚ ਕੁਝ ਨਾ ਕੁਝ ਐਰਰ ਹੋਏਗਾ। ਸਪੋਜ਼ ਕਰੋ ਕਿ ਤੁਸੀਂ ਐਕਸਪੈਰੀਮੈਂਟ ਕਰ ਰਹੇ ਸੀਗੇ, ਤੁਸੀਂ ਐਂਗਲਸ ਨੂੰ ਮੈਜ਼ਰ ਕਰਨ ਦੇ ਲਈ ਤੁਸੀਂ ਇੱਕ ਡੀ ਯੂਜ਼ ਕਰਦੇ ਹੋ ਹਨਾ, ਡੀ ਸਾਰਿਆਂ ਨੂੰ ਪਤਾ ਹੋਊਗਾ ਮੈਥਮੈਟਿਕਸ ਚ ਯੂਜ਼ ਕਰਦੇ ਹੋ। ਤਾਂ ਡੀ ਕੀ ਹੈ ਜਿਹੜੀ ਤੁਸੀਂ ਯੂਜ਼ ਕਰ ਰਹੇ ਹੋ ਉਹ ਤੁਹਾਡੇ ਕੋਲ ਇਹ ਕੀ ਹੈ ਲਾਈਕ ਮਤਲਬ ਇਹ ਮੰਨ ਲਓ ਵੀ ਪੁਰਾਣੀ ਹੈ ਹਨਾ, ਪੁਰਾਣੀ ਦਾ ਮਤਲਬ ਇਨ ਸੈਂਸ ਕੀ ਹੈ ਮਤਲਬ ਉਹਦੇ ਤੇ ਨਾ ਮਤਲਬ ਜਾਨੀ ਕਿ ਜਿਹੜੇ ਐਂਗਲਸ ਨੇ ਉਹ ਸਾਨੂੰ ਕੀ ਹੈ ਅੱਛੇ ਤਰੀਕੇ ਦੇ ਨਾਲ ਕੀ ਹੈ ਵਿਜ਼ੀਬਲ ਨਹੀਂ ਹੈਗੇ, ਜਿਹਦੇ ਨਾਲ ਕੀ ਹੈ ਸਾਡੀ ਰੀਡਿੰਗਸ ਦੇ ਵਿੱਚ ਕੀ ਹੈ ਐਰਰ ਹੋ ਸਕਦੇ ਆ। ਠੀਕ ਹੈ, ਬਟ ਇਹ ਐਰਰਸ ਜਿਹੜੇ ਨੇ ਬਹੁਤ ਸਮਾਲ ਨੇ, ਇਸੇ ਕਰਕੇ ਕੀ ਹੈ ਇਹਨਾਂ ਨੂੰ ਅਸੀਂ ਅਪਰੋਕਸੀਮੇਟਲੀ ਬੋਲਦੇ ਆ ਕਿ ਐਕਚੁਅਲ ਦੇ ਵਿੱਚ ਕੀ ਹੈ ਕਿ ਜਦੋਂ ਅਸੀਂ ਇੱਕ ਨੈਰੋ ਰੇ ਆਫ ਲਾਈਟ ਨੂੰ ਇਨਸੀਡੈਂਟ ਕਰਾਉਣੇ ਆ ਕਿਸੇ ਵੀ ਰਿਫਲੈਕਟਿੰਗ ਸਰਫੇਸ ਤੇ, ਤਾਂ ਉਹ ਰੇ ਆਫ ਲਾਈਟ ਰਿਫਲੈਕਟ ਹੋ ਜਾਂਦੀ ਹੈ ਉਸੇ ਹੀ ਮੀਡੀਅਮ ਦੇ ਵਿੱਚ at an angle of reflection, and the angle of incidence is always equal to the angle of reflection. Is it clear to all? Yes, sir. Okay, एक चीज मैं ਹੋਰ ਜਿਹੜੀ ਗੱਲ ਤੁਹਾਨੂੰ ਦਿਖਾ ਰਿਹਾ ਸੀ, ਦੇਖੋ ਆ ਸਾਰਿਆਂ ਨੂੰ ਕੀ ਹੈ ਡਾਇਗਰਾਮ ਦਿਖ ਰਹੀ ਹੋਣੀ ਹੈ ਨਾ। ਦੇਖੋ ਜਿੰਨਾ ਵੀ ਬੱਚੇ ਐਕਸਪੈਰੀਮੈਂਟ ਪਰਫਾਰਮ ਹੋ ਰਿਹਾ ਹੈ ਹਨਾ, ਉਹ ਸਾਰਾ ਇੱਕ ਟੇਬਲ ਦੇ ਉੱਪਰ ਇੱਕ ਸ਼ੀਟ ਰੱਖੀ ਹੋਈ ਹੈ ਹਨਾ। ਸ਼ੀਟ ਮਤਲਬ ਤੁਸੀਂ ਆਪਣਾ ਕਹਿ ਸਕਦੇ ਹੋ ਤੁਹਾਡੇ ਕੋਲ ਇੱਕ ਪੇਪਰ ਹੈ, ਪੇਪਰ ਤੇ ਤਾਂ ਤੁਸੀਂ ਧਿਆਨ ਨਾਲ ਦੇਖੋ ਜਿਹੜੀ ਰੇ ਆਫ ਲਾਈਟ ਇੱਕ ਬੈਟਰੀ ਤੋਂ ਇੱਕ ਮਿਰਰ ਤੇ ਫਾਲ ਕਰਾਈ ਜਾ ਰਹੀ ਹੈ, ਉਹ ਕਿਹਦੇ ਉੱਪਰ ਲਾਈ ਕਰਦੀ ਹੈ, ਉਹ ਲਾਈ ਕਰ ਰਹੀ ਹੈ ਇੱਕ ਬੱਚੇ ਆ ਲਾਈਨ ਆਹ ਨਾ ਕਰੋ ਜੋ ਵੀ ਕੋਈ ਕਰ ਰਿਹਾ, ਮੈਂ ਤੁਹਾਨੂੰ ਕਹਿ ਰਿਹਾ ਵੀ ਰਿਕਾਰਡਿੰਗ ਲੱਗੀ ਹੋਈ ਹੈ ਠੀਕ ਹੈ। ਜਿਹੜਾ ਕੋਈ ਬੱਚਾ ਕੋਈ ਡਿਸਟਰਬੈਂਸ ਵਿੱਚੋਂ ਕਰੂਗਾ ਮੈਂ ਉਹਨੂੰ ਹਮੇਸ਼ਾ ਦੇ ਲਈ ਰਿਮੂਵ ਕਰ ਦੇਣਾ। ਤਾਂ ਜਿਹੜੀ ਰੇ ਆਫ ਲਾਈਟ ਹੈ ਉਹ ਬੱਚੇ ਕਿਹਦੇ ਉੱਪਰ ਹੈ, ਦੇਖੋ ਪਲੇਨ ਆਫ ਪੇਪਰ ਦੇ ਉੱਪਰ ਹੈ ਠੀਕ ਹੈ ਜੀ। ਤੇ ਜਿਹੜੀ ਰਿਫਲੈਕਸ਼ਨ ਵਾਲੀ ਲਾਈਟ ਹੈ ਉਹ ਵੀ ਪੇਪਰ ਦੇ ਉੱਪਰ ਹੈ, ਤੇ ਦੇਖੋ ਜਿਹੜਾ ਨਾਰਮਲ ਹੈ ਬੱਚੇ ਉਹ ਵੀ ਪੇਪਰ ਦੇ ਉੱਪਰ ਹੈ। ਇਹਦਾ ਮਤਲਬ ਇਨਸੀਡੈਂਟ ਰੇ, ਰਿਫਲੈਕਟਿਡ ਰੇ ਐਂਡ ਨਾਰਮਲ all lies on the plane of the paper ਹਨਾ, ਸਾਰੇ ਕੁਝ ਪੇਪਰ ਦੇ ਉੱਪਰ ਆ ਰਹੇ। ਇਹੀ ਆਪਣਾ ਸੈਕੰਡ ਲਾਅ ਸੀਗਾ, ਮਤਲਬ ਪੇਪਰ ਦਾ ਇੱਕ ਆਪਣਾ ਕੀ ਹੈ ਪਲੇਨ ਹੋਏਗਾ, ਇੱਕ ਉਹਦੀ ਐਕਸ ਐਕਸਿਸ ਹੁੰਦੀ ਹੈ, ਇੱਕ ਉਹਦੀ ਵਾਈ ਐਕਸਿਸ ਹੈ। ਤੁਹਾਡੇ ਸਾਹਮਣੇ ਇੱਕ ਡਾਇਗਰਾਮ ਤੁਹਾਨੂੰ ਗਿਵਨ ਹੈ, ਤੁਸੀਂ ਡਾਇਗਰਾਮ ਦੇਖੋ ਵੀ ਹਰ ਇੱਕ ਜਿਹੜੀ ਸਿਚੁਏਸ਼ਨ ਇੱਥੇ ਹੋ ਰਹੀ ਹੈ, ਚਾਹੇ ਉਹ ਐਂਗਲ ਆਫ ਇਨਸੀਡੈਂਸ ਦੀ ਗੱਲ ਹੋਵੇ, ਚਾਹੇ ਐਂਗਲ ਆਫ ਰਿਫਲੈਕਸ਼ਨ ਦੀ ਗੱਲ ਹੋਵੇ, ਚਾਹੇ ਇਨਸੀਡੈਂਟ ਰੇ ਦੀ ਗੱਲ ਹੋਵੇ ਹਨਾ, ਚਾਹੇ ਉਹ ਰਿਫਲੈਕਟਿਡ ਰੇ ਦੀ ਗੱਲ ਹੋਵੇ, ਚਾਹੇ ਉਹ ਨਾਰਮਲ ਦੀ ਗੱਲ ਹੋਵੇ, ਉਹ ਸਾਰਾ ਕੁਝ ਇੱਕੋ ਹੀ ਪਲੇਨ ਐਕਸ ਵਾਈ ਪਲੇਨ ਦੇ ਵਿੱਚ ਲਾਈ ਕਰਦਾ। ਤਾਂ these are two major and important laws of reflection. First is the angle of incidence is always equal to the angle of reflection, and second is incident ray, reflected ray and normal all lies in the same plane. Is it clear to all? Yes, sir. Okay, now ਹੁਣ ਤੁਹਾਡੇ ਲਈ ਹੈਗਾ ਇੱਕ ਕੁਐਸਚਨ। ਦੇਖੋ ਮੈਂ ਬਾਰ-ਬਾਰ ਇਹਨਾਂ ਗੱਲਾਂ ਤੇ ਕਿਉਂ ਜ਼ੋਰ ਦੇ ਰਿਹਾ ਹਾਂ, ਕਿਉਂਕਿ ਜੇ ਸਾਨੂੰ ਬੇਸਿਕ ਕਲੀਅਰ ਹੋਊਗਾ ਤਾਂ ਸਾਨੂੰ ਅੱਗੇ ਜਿਹੜਾ ਚੈਪਟਰ ਹੈ ਉਹ ਚੈਪਟਰ ਦੇ ਵਿੱਚ ਸਾਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਇਹ ਚੈਪਟਰ ਸਮਝ ਲੱਗੂਗਾ। ਤੇ ਸਕੋਰਿੰਗ ਚੈਪਟਰ ਹੈ, ਸਕੋਰਿੰਗ ਚੈਪਟਰ ਹੈ। ਤੇ ਜਿਵੇਂ ਤੁਸੀਂ ਹੁਣ ਦੇਖਿਆ ਹੋਊਗਾ, ਦੇਖੋ ਐਜੂਕੇਸ਼ਨ ਪਾਲਿਸੀ ਵੀ ਚੇਂਜ ਹੋ ਗਈ ਹਨਾ। ਸਾਰਾ ਡਿਟੇਲ ਤਾਂ ਨਹੀਂ ਹਜੇ ਪੜਿਆ ਉਹਦੇ ਬਾਰੇ, ਜਿੰਨਾ ਕੁ ਪੜਿਆ ਵੀ ਹੁਣ ਰੱਟਾਫਿਕੇਸ਼ਨ ਤੇ ਕੀ ਹੈ ਘੱਟ ਜ਼ੋਰ ਦਿੱਤਾ ਜਾਊਗਾ। ਤੁਹਾਡੇ ਮਾਰਕਸ ਇੰਨੇ ਜ਼ਿਆਦਾ ਮੈਟਰ ਨਹੀਂ ਕਰਨਗੇ, ਤੁਹਾਨੂੰ ਐਕਚੁਅਲ ਚ ਆਉਂਦਾ ਕੀ ਹੈ ਉਹਦੇ ਤੇ ਮੈਟਰ ਕਰੂਗਾ ਹਨਾ, ਉਹ ਚੀਜ਼ ਮੈਟਰ ਕਰੂਗੀ। ਤਾਂ ਜਿਹੜਾ ਚੈਪਟਰ ਹੈ ਨਾ ਇਹ ਸਾਡੀ ਡੇਲੀ ਲਾਈਫ ਨਾਲ ਰਿਲੇਟਡ ਹੈ। ਡੇਲੀ ਲਾਈਫ 'ਚ ਅਸੀਂ ਕੀ ਕੁਝ ਕਰਦੇ ਹਾਂ, ਲਾਈਟ ਨੂੰ ਕਿਵੇਂ ਅਸੀਂ ਕੀ ਹੈ ਦੇਖਦੇ ਹਾਂ, ਲਾਈਟ ਕਿਵੇਂ ਕਿਸੇ ਮਿਰਰ ਤੇ ਫਾਲ ਹੁੰਦੀ ਹੈ ਠੀਕ ਹੈ। ਮਿਰਰ ਕਿੰਨੇ ਤਰ੍ਹਾਂ ਦੇ ਹੁੰਦੇ ਆ, ਤੁਸੀਂ ਦੇਖਦੇ ਹੋ ਕਾਰਸ ਦੇ ਸਾਈਡਸ ਤੇ ਵੀ ਮਿਰਰ ਲੱਗੇ ਹੁੰਦੇ ਨੇ, ਉਹਨਾਂ ਦਾ ਕੀ ਫੰਕਸ਼ਨ ਹੈ। ਤਾਂ ਪ੍ਰੈਕਟੀਕਲ ਬੇਸਡ ਚੈਪਟਰ ਹੈ। ਮੈਂ ਕੋਸ਼ਿਸ਼ ਕਰੂੰਗਾ ਵੀ ਲੈਕਚਰ ਦੇ ਨਾਲ ਨਾਲ ਇਹਦੀਆਂ ਮੈਕਸਿਮਮ ਟੂ ਮੈਕਸਿਮਮ ਐਨੀਮੇਟਡ ਵੀਡੀਓਜ਼ ਤੁਹਾਨੂੰ ਦਿਖਾਈਆਂ ਜਾਣ ਤਾਂ ਕਿ ਤੁਸੀਂ ਸਹੀ ਤਰੀਕੇ ਦੇ ਨਾਲ ਇਸ ਚੈਪਟਰ ਨੂੰ ਸਮਝ ਸਕੋ ਠੀਕ ਹੈ ਜੀ। ਬਾਕੀ ਤੁਸੀਂ ਮੈਨੂੰ ਜਰੂਰ ਦੱਸਿਓ, ਅਗਰ ਤੁਹਾਨੂੰ ਕਿਸੇ ਨੂੰ ਵੀ ਕੋਈ ਵੀ ਸਟੈਪ ਕਲੀਅਰ ਨਹੀਂ ਹੁੰਦਾ ਤਾਂ ਮੈਨੂੰ ਜਰੂਰ ਦੱਸਿਓ, ਆਪਾਂ ਉਹਨੂੰ ਕਲੀਅਰ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਕੁਐਸਚਨ ਕੀ ਹੈ ਜੀ, ਦੇਖੋ ਤੁਹਾਡੇ ਕੋਲੇ ਕੀ ਹੈ, ਇੱਕ ਰਿਫਲੈਕਟਿੰਗ ਸਰਫੇਸ ਹੈ, ਧਿਆਨ ਨਾਲ ਸੁਣਿਓ। ਰਿਫਲੈਕਟਿੰਗ ਸਰਫੇਸ ਲਾਈਕ ਅ ਪਲੇਨ ਮਿਰਰ, ਆ ਇੱਕ ਤੁਹਾਡੇ ਕੋਲ ਪਲੇਨ ਮਿਰਰ ਹੈ, ਇਹ ਸਪੋਜ਼ ਕਰ ਲਓ। ਬੱਚੇ ਬਹੁਤ ਲੇਟ ਐਡ ਹੋ ਰਹੇ ਨੇ, ਮੈਂ ਤੁਹਾਨੂੰ ਦੱਸਿਆ ਸੀ ਜਿਸ ਸਾਈਡ ਆ ਮੈਂ ਲਾਈਨਸ ਲਗਾਉਣਾ ਹੈ ਨਾ, ਇਹਦਾ ਕੀ ਮਤਲਬ ਹੁੰਦਾ, ਇਹ ਮਤਲਬ ਹੁੰਦਾ ਪੋਲਿਸ਼ਡ, ਵੀ ਅਸੀਂ ਪੋਲਿਸ਼ ਕੀਤੇ ਹੋਇਆ ਸਰਫੇਸ ਨੂੰ।
ਇਹ ਹੁੰਦਾ polished surface। ਤੇ ਜਿਹੜਾ ਫਰੰਟ ਵਾਲੀ ਸਾਈਡ ਤੁਹਾਨੂੰ ਇਧਰੋਂ ਦਿਖ ਰਿਹਾ, this is called reflected ਜਾਂ reflecting surface। और reflecting surface। ओके, ਹੁਣ क्वेश्चन की है, एक रे ऑफ लाइट, सपोज करो भी मैं ना इस पोजीशन ते एक सोर्स रखता, लाइट दा सोर्स ऑफ लाइट, ठीक है, जिवें ਅਸੀਂ एक्सपेरिमेंट देखा सीगा। इस सोर्स ऑफ लाइट तो एक बीम ਜਾਂ एक रे ऑफ लाइट ਤੁਸੀਂ कह लो, एक रे ऑफ लाइट नॉर्मली इस मिरर ते, इस रिफ्लेक्टिंग सरफेस से इंसिडेंट हो रहे हैं। तो स्टेटमेंट की होगी, अ रे ऑफ लाइट इंसिडेंट normally on the reflecting surface then find the angle of find the angle of find the sorry angle the spelling में गलती लिख गया, find the angle of incidence and angle of reflection। हाँ जी, ਕਿਹੜੇ ਕਿਹੜੇ ਸਟੂਡੈਂਟਸ ਨੂੰ ਇਹਦਾ ਆਨਸਰ ਆਉਂਦਾ ਉਹ ਬੋਲ ਸਕਦੇ ਆ? सर मैंने आंदा सर मैंने आंदा हाँ जी, सब तो पहला दानेश ने रिप्लाई किया, आप दानेश ਨੂੰ ਪੁੱਛਦੇ ਹਾਂ। हाँ जी दानेश जी, ਕੀ ਆਨਸਰ ਹੈ ਤੁਹਾਡਾ? एंगल ऑफ इंसिडेंस कितना है? तो 0 डिग्री 0 डिग्री। आर यू श्योर? यस सर। ओके, लो जी, दानेश का आंसर है 0 डिग्री, डी फॉर दानेश। ओके, हाँ जी, सेकंड रिप्लाई है सी वंश दा। हाँ जी वंश जी, कितना एंगल ऑफ इंसिडेंस है? 0 डिग्री। ओए एक दूजे ਨੂੰ देख के ना बोली चलो, सही आंसर बोलियो। लो जी, वंश ਦਾ आंसर ਹੈਗਾ 0 डिग्री। हाँ जी, बाकी ਤੁਹਾਡੇ ਜੋ ਸਟੂਡੈਂਟਸ ਦੇ ਵਿੱਚੋਂ ਕੋਈ ਵੀ ਜਿਹਨੂੰ ਇਹਦਾ ਆਨਸਰ ਪਤਾ ਹੋਵੇ कि what is the value of angle of incidence? Sir, 0 degree. ईशान बोल रहे 0 डिग्री, सारे ही 0 डिग्री बोल रहे हो, की चक्कर है? वो सही भी है या गलत है? सही है, सही है, वेरी गुड, बहुत अच्छे। बिल्कुल सही ਤੁਹਾਡਾ आंसर है जी। एंगल ऑफ इंसिडेंस की जो वैल्यू है दैट इज 0। अच्छा जी, दानेश दसो फिर एंगल ऑफ रिफ्लेक्शन कितना होगा? सर वो भी 0 डिग्री होगा। वेरी गुड, बिकॉज ਅਸੀਂ लॉ पढ़िया है, जिन्ना एंगल ऑफ इंसिडेंस है उन्ना ही एंगल ऑफ रिफ्लेक्शन होएगा। चलो हुण आपां जिन्ना स्टूडेंट्स नूं पता लग गया वो सही है। अच्छा, जिन्ना स्टूडेंट्स नूं नहीं पता लग गया प्लीज फटाफट ना अपना नाम बोल दो एक बारी, विदाउट एनी हेजिटेशन। मैं उन्होंने दसूंगा, समझाना मेरा काम है। फटाफट अपना नाम बोली चलो भी सर सानू समझ नहीं लग्या, बस अपना नाम बोल दो। गुरप्रीत। ओके, ठीक है जी, वेरी गुड। गुरप्रीत तो कल्ला बोलिया जी, कोई गल नहीं, ਇਹਦੇ ਵਿੱਚ कोई संगण वाली गल नहीं हैगी। मैं दसदा, देखो बच्चे अपने को पहला ਅਸੀਂ ਇਹ ਸਮਝਣਾ ਵੀ एंगल ऑफ इंसिडेंस ਹੁੰਦਾ ਕੀ है। देखो आ ਸਾਡੇ ਕੋਲ कोई भी रिफ्लेक्टिंग सरफेस है ਜਿਹਦੀ ਇਹ ਵਾਲੀ ਜਿਹੜੀ ਸਰਫੇਸ ਹੈ ਪੋਲਿਸ਼ ਕੀਤੀ ਹੋਈ ਹੈ, ਤਾਂ ਅਸੀਂ ਕਿਸੇ ਐਂਗਲ ਤੇ ਇੱਕ ਰੇ ਆਫ ਲਾਈਟ ਨੂੰ ਇਨਸੀਡੈਂਟ ਕਰਾਉਣੇ ਲਾਈਕ ਦਿਸ। ਤੇ ਜਿਹੜੇ ਵੀ ਸਰਫੇਸ ਤੇ ਉਹ ਜਾ ਕੇ ਇਨਸੀਡੈਂਟ ਹੁੰਦੀ ਹੈ ਜਾਂ ਫਾਲ ਹੁੰਦੀ ਹੈ, ਉਸ ਸਰਫੇਸ ਤੋਂ ਬੱਚੇ ਅਸੀਂ ਇੱਕ ਨਾਰਮਲ ਡਰਾ ਕਰਦੇ ਆ।
नॉर्मल। हुण नॉर्मल की हुंदा है, देखो नॉर्मल का मतलब बच्चे हुंदा 90 डिग्री का एंगल बनावे जो सरफेस दे नाल। मतलब तुहाडे कोले कोई सरफेस है, इस सरफेस तो एक लाइन तुसीं इदां ड्रॉ करती जिहड़ी इस सरफेस नाल 90 का एंगल बना रही है, दैट मीनस ये सरफेस का की है नॉर्मल है। तो एंगल ऑफ इंसीडेंस हुंदा की है बच्चे, ये हुंदा है इंसीडेंट रे दा, दिस इज कॉल्ड इंसीडेंट रे। इंसीडेंट रे, इंसीडेंट रे ते नॉर्मल दे विचकार दा एंगल नूं असीं की बोलते हैं, इंसीडेंट एंगल। की डेफिनेशन होगी, द एंगल बिटवीन इंसीडेंट रे एंड नॉर्मल इज कॉल्ड एंगल ऑफ इंसीडेंस। हुण देखो सपोज करो मैं इस एंगल नूं, मतलब इस रे ऑफ लाइट नूं किसी होर एंगल ते सपोज मैं फॉल करावां, मतलब मैं इस तरीके नाल फॉल करा रहा लाइक दिस। तो देखो इस इंसीडेंट रे दा, ये फर्स्ट इंसीडेंट रे है, ये सेकंड इंसीडेंट रे है। इस इंसीडेंट रे दा एंगल ऑफ इंसीडेंस कुछ होएगा ये I1। तो हुण तुसीं इस डायग्राम नूं देख के मैनूं दस सकदे हो कि I1 दी जिहड़ी वैल्यू है वो I तो छोटी होएगी या वड्डी होएगी? I1 एंगल इज लेस देन और ग्रेटर देन I। तो डेफिनेटली बच्चे I की है, I1 की लेस देन होएगा। अच्छा मैं होर इस नूं की है इस तरीके नाल ड्रॉ करदा, इहदा मतलब जिहड़ी थर्ड रे ऑफ लाइट है, इंसीडेंट रे है, इहदा जिहड़ा एंगल है ये हैगा I2 ते जिहड़ा बच्चे I2 एंगल है वो होर छोटा है I1 दे नालों ते I1 छोटा I दे नालों। जे असी इस रे ऑफ लाइट नूं इस नॉर्मल दे अकॉर्डिंग ही ड्रॉ कर दिए लाइक दिस, ਤਾਂ ਹੁਣ ਮੈਨੂੰ ਦੱਸੋ एंगल I ਦੀ वैल्यू कितनी होएगी बच्चे? एंगल I कितना होएगा? तो बच्चे एंगल I होएगा 0 डिग्री, क्योंकि वो नॉर्मल दे ऊपर ही आ गया। देखो इंसीडेंट रे दा नॉर्मल दे नाल एंगल की हुंदा है, इंसीडेंट एंगल। जिवें जिवें ਅਸੀਂ इंसीडेंट रे ਨੂੰ ਕੀ ਇਸ ਤਰੀਕੇ ਦੇ ਨਾਲ शिफ्ट करी ਜਾਂਦੇ ਆ ਤਾਂ एंगल ऑफ इंसीडेंस डिक्रीज हो रहा है, डिक्रीज हो रहा है, डिक्रीज हो रहा है। अगर वो नॉर्मली फॉल करूगा तो एंगल ऑफ इंसीडेंस की है 0 हो जाएगा। अगर एंगल ऑफ इंसीडेंस 0 है दैट मींस एंगल ऑफ रिफ्लेक्शन भी 0 है। अच्छा तुसी मेनू ये दस सकदे हो, अगर तुहानू कांसेप्ट समझ लग गया कि एंगल ऑफ इंसीडेंस 0 है जी, ठीक है, एंगल ऑफ रिफ्लेक्शन भी 0 है, तो जिहड़ी रे रिफ्लेक्ट करेगी उसका पाथ किहड़ा होएगा? सर नॉर्मल दा ही। हाँ वेरी गुड। तो बच्चे वो ऐसे पाथ तो ही रिफ्लेक्ट होके वापस जाएगी। ਅਸੀਂ एरो इधर लगावांगे, मतलब पहला रे ऑफ लाइट आई फिर ऐसे पाथ तो ही वापस गई। दैट मीनस इस केस ਦੇ ਵਿੱਚ ਅਸੀਂ ਕਹਾਂਗੇ कि ਜਿਹੜੀ रिफ्लेक्टेड रे है ना, रिफ्लेक्टेड रे retrace its path आफ्टर रिफ्लेक्शन। तो बच्चे तो दो क्वेश्चन बनते ने, एक तो जो नॉर्मली एक रे ऑफ लाइट फॉल करती है तो एंगल ऑफ इंसीडेंस कितना होंदा है, एंगल ऑफ रिफ्लेक्शन कितना होंदा है। तो सेकंड क्वेश्चन बनता है कि जिहड़ी रिफ्लेक्टेड रे है उसका पाथ की होएगा, तो पाथ की है जिहड़ा इंसीडेंट रे दा वही पाथ और रिफ्लेक्टेड रे दा। इज इट क्लियर टू ऑल? बच्चे क्लियर हो रहे सारे नू? यस सर। यस सर। ओके ठीक है जी। अच्छा समझ आ रही है? इधर भी ऊपर लंघी जाता है? सारी समझ। ओके ठीक है जी। बच्चे किसी ने भी ना संगना नहीं है, ठीक है। अगर किसी को कोई भी प्रॉब्लम आवे तो मैंने पूछ सकता है। नैक्सट असीं डिस्कस करन जा रहे हैं जी अज प्लेन मिरर। पहला मैं तुहानूं टाइप्स दस देना है। 3 तरह दी टाइप्स होंदियां ने मिरर दियां बेसिकली। जिहड़े बच्चे असीं मिरर पढ़ांगे ना, मिरर ये अपने कोल 3 तरीके दे होणगे।
एक तो बच्चे होएगा प्लेन मिरर, एक पढ़ांगे सी कनकेव मिरर, एक पढ़ांगे सी कन्वेक्स मिरर। ਅੱਜ ਅਸੀਂ ਸਭ ਤੋਂ ਪਹਿਲਾਂ ਪਲੇਨ ਮਿਰਰ ਦੀ ਜਿੰਨੀ ਕੁ ਇੰਟਰੋਡਕਸ਼ਨ ਦੀ ਪੜ੍ਹੀ ਜਾਂਦੀ ਉਹ ਪੜਾਂਗੇ, ਕਿਉਂਕਿ ਆਪਣੇ ਕੋਲ ਟਾਈਮ 10 ਮਿੰਟ ਰਹਿ ਗਏ ਲੈਕਚਰ ਦੇ ਆਪਣੇ, ਠੀਕ ਹੈ। ਆਪਾਂ ਵਿਦਆਊਟ ਵੇਸਟਿੰਗ ਐਨੀ ਟਾਈਮ ਆਪਾਂ ਪਲੇਨ ਮਿਰਰ ਨੂੰ ਸਟਾਰਟ ਕਰਦੇ ਹਾਂ। ਪਲੇਨ ਮਿਰਰ ਹੁੰਦਾ ਕੀ ਹੈ? ਇਟ ਇਜ਼ ਅ type of spherical mirror having infinite long radius of curvature। स्फीयर लाइक जिवें फुटबॉल होंदी है ना, फुटबॉल की एक स्फीयर है ना, तो एक बहुत वड्डी फुटबॉल, बहुत वड्डी किन्नी, जिहदा रेडियस इनफाइनाइट लॉन्ग होवे, तां बच्चे इन्नी ज्यादा वड्डी एक स्फीयर, एक बॉल जिहदा रेडियस इनफाइनाइट होएगा, तो वो सानू की लगेगी? वो सानू लगेगी एक स्ट्रेट लाइन, वो सानू एक स्ट्रेट लाइन अपीयर होएगी। तो जिहड़ा प्लेन मिरर है वो हैगा तां पार्ट स्फेरिकल मिरर दा, मतलब हैगा तां स्फीयर दा, बट इहदा रेडियस ऑफ कर्वेचर, एक नंबर दा क्वेश्चन आउंदा बोर्ड दे विच कि प्लेन मिरर दा रेडियस ऑफ कर्वेचर कितना हुंदा है, आंसर आएगा इनफाइनाइट। तो जिहदा इनफाइनाइट की है रेडियस ऑफ कर्वेचर होवे, वो सानू बिल्कुल एक स्ट्रेट लाइन दिखदा है, ठीक है जी। तो इस तरीके नाल असीं इहनूं की है बनाउने। फिर इहदी डेफिनेशन होर की लिख सकदे हो, इट्स one surface is polished and other is reflecting। ठीक है, मैं तुहानू एक छोटी जी एग्जांपल के तरीके नाल समझाउणागा भी किवें। मान लो तुहाडे कोल एक छोटा जिहा सर्कल है, ठीक है जी, एक तुहाडे कोले इस तो वड्डा सर्कल है, एक तुहाडे कोले इस तो भी वड्डा सर्कल है, लाइक दिस। हुण जे मैं फर्स्ट सर्कल दे विचों इहनूं मैं नाम देना है फर्स्ट सर्कल, ये सेकंड सर्कल, ये थर्ड सर्कल। जिहड़ा थर्ड दा रेडियस है इट इज वेरी वेरी ग्रेटर देन एज कंपेयर टू सेकंड एंड फर्स्ट। हुण जे मैं फर्स्ट दे विचों बच्चे स्मॉल पार्ट कट करा इथों, एनिक पार्ट देखो, एक स्फीयर है, सर्कल नहीं सॉरी मैं स्फीयर, एक फुटबॉल है 3D स्फीयर। तो जे मैं कट करा, देखो तुहानू एक कर्व दिखदी होगी है ना, ऐदां एनिक पार्ट चों। जे मैं इहदे विचों भी कट करा सपोज इन्ना पार्ट, तो इहदे विच भी तुहानू कर्व दिख रही होगी, बट ये कर्व उहदे नालों घट होएगी। जे तुसीं इहदे विचों देखो ये पार्ट कट करो, तो जिहड़ी तुहानू आह वाली लाइन है बच्चे, ये लाइन तुहानू की लिखूगी एज अ स्ट्रेट लाइन, नीयरली स्ट्रेट लाइन। तो जिवें जिवें साडा जिहड़ा रेडियस है ना, सर्कल दा जिहड़ा रेडियस है वो इनक्रीज होई जांदा है, तो जिहड़ी आ कर्व है ये कर्व की बन जांदी है, स्ट्रेट लाइन बन जांदी है। जिहड़ा असीं प्लेन मिरर है असीं की कहा है भी उहदा जिहड़ा रेडियस ऑफ कर्वेचर वो इनफाइनाइट है, मतलब हैगा तां पार्ट स्फेरिकल मिरर दा ही है, बट उहदा रेडियस बहुत ज्यादा की है वड्डा हैगा, जिहदे करके फिर जिहड़ी उहदी कर्व होगी वो कर्व नूं असीं की मान लेना इज अ स्ट्रेट लाइन। तां ही प्लेन मिरर नूं असीं की बोलदे हैं, एक अजिहा मिरर स्फेरिकल, एक अजिहा मिरर जिहदा रेडियस ऑफ कर्वेचर की है इनफाइनाइट। इहनूं बनाउणे किवें असीं हमेशा इन द फॉर्म ऑफ स्ट्रेट लाइन। अच्छा, ये जिहड़ा मिरर है ना, जिहदी आपां बार-बार गल कर रहे हैं, जिहदी आपां अगे प्रॉपर्टीज भी पढ़ांगे, ये मिरर नूं तुसीं रोज देखदे हो? कोई दस सकदा मैनूं कित्थे देखदे हो? अपने घर विच तुसीं रोज देखदे हो इस मिरर नूं? सर प्लेन मिरर सर ਆਪਾਂ ਜਿਹੜਾ फेस देखने वास्ते रखा ਹੁੰਦਾ सर, कादे वास्ते? सर फेस वास्ते ਉੱਚੀ ਬੋਲੋ ਤਾਂ ਨਹੀਂ ਥੋੜਾ ਜਿਹਾ। ਜਿਹੜੇ शेविंग मिरर ਹੁੰਦੇ ਹੈਗੇ ਉਹ
ਜਿਹੜਾ ਅਸੀਂ ਘਰਾਂ ਦੇ ਵਿੱਚ ਕੀ ਹੈ ਜਿਹਦੇ ਮੂਰੇ ਰੋਜ਼ ਖੜ ਕੇ ਤਿਆਰ ਹੁੰਦੇ ਆ ਹਨਾ, ਮਤਲਬ ਅਸੀਂ ਕਿਸੇ ਮੈਰਿਜ ਤੇ ਜਾਣਾ ਹੁੰਦਾ ਹੈ ਜਾਂ ਅਸੀਂ ਮਤਲਬ ਸਕੂਲ ਜਾਂਦੇ ਹੁੰਦੇ ਸੀਗੇ, ਤੁਸੀਂ ਉਹ ਦਿਨ ਯਾਦ ਕਰ ਸਕਦੇ ਹੋ। ਤਾਂ ਉਹ ਸਾਰੇ ਮਿਰਰ ਜਿਹੜੇ ਤੁਹਾਡੇ ਘਰਾਂ ਦੇ ਵਿੱਚ ਲੱਗੇ ਹੁੰਦੇ ਨੇ, ਜਿਹੜੇ ਡਰੈਸਿੰਗ ਵਾਲੇ ਮਿਰਰ ਹੁੰਦੇ ਨੇ, that mirrors are called plane mirror। ਠੀਕ ਹੈ ਜੀ। ਤੇ ਜਿਹੜੇ ਇਹਦੇ ਸਾਈਡ ਆ ਪਾਲਿਸ਼ ਕੀਤੀ ਹੁੰਦੀ ਆ ਨਾ, ਇਸ ਸਾਈਡ ਕੀ ਆਏ ਕੀ ਪਾਲਿਸ਼ ਵਾਲਾ ਸਰਫੇਸ ਹੈ। ਦੇਖੋ ਤੁਸੀਂ ਕਹਿੰਦੇ ਹੋਗੇ ਵੀ ਸਰ ਬਾਰ-ਬਾਰ ਇੱਕ ਗਲਤੀ ਜੋੜ ਦੇ ਜਾਂਦੇ, ਉਹਦਾ ਕਾਰਨ ਹੈ ਬੱਚੇ ਮੈਨੂੰ ਇਹ ਹੈ ਵੀ ਤੁਸੀਂ ਸਹੀ ਤਰੀਕੇ ਨਾਲ ਮਤਲਬ ਇਹਨੂੰ ਅੰਡਰਸਟੈਂਡ ਕਰ ਸਕੋ। ਇਹ ਹੈ ਰਿਫਲੈਕਟਿੰਗ। ਕਈਆਂ ਨੂੰ ਤਾਂ ਇਹ ਨਹੀਂ ਪਤਾ ਲੱਗਦਾ ਹੁੰਦਾ ਵੀ ਇਹ ਲਾਈਨਾਂ ਜੀ ਅਸੀਂ ਲਾਉਣੇ ਕਿਉਂ ਹੈ, ਇੱਕ ਪਾਲਿਸ਼ ਸਰਫੇਸ। ਇੱਕ ਕੁਐਸਚਨ ਤੁਹਾਨੂੰ ਪੁੱਛਿਆ ਜਾਂਦਾ ਹੈ ਕਿ which type of material is best for mirrors। ਕਿਹੜੇ ਟਾਈਪ ਦਾ ਜਿਹੜਾ ਮਟੀਰੀਅਲ ਹੈ ਬੈਸਟ ਹੈ ਮਿਰਰਸ ਦੇ ਲਈ? ਕਾਦੇ ਲਈ? Silver। ਰਿਫਲੈਕਸ਼ਨ ਦੇ ਲਈ। ਕਿਹੜਾ ਮਿਰਰ ਹੈ, ਕਿਹੜਾ ਮਟੀਰੀਅਲ ਆ ਉਹ? सिल्वर या फिर ਹਾਂਜੀ निकल। ਵੈਰੀ ਗੁੱਡ। ਤਾਂ ਆਨਸਰ ਆਏਗਾ ਸਿਲਵਰ। ਇਹ ਤੁਹਾਨੂੰ ਯਾਦ ਹੀ ਰੱਖਣਾ ਪਊਗਾ, ਸਿਲਵਰ। ਓਕੇ, ਨੈਕਸਟ ਨੇ ਜੀ ਪ੍ਰੋਪਰਟੀਜ਼। ਪ੍ਰੋਪਰਟੀਜ਼ ਆਫ ਪਲੇਨ ਮਿਰਰ। ਫਸਟ ਪ੍ਰੋਪਰਟੀ ਹੈ, ਪਹਿਲਾਂ ਤਾਂ ਤੁਸੀਂ ਇਹੀ ਕਹਿ ਸਕਦੇ ਹੋ ਵੀ ਜਿਹੜਾ ਇਹਦਾ ਰੇਡੀਅਸ ਆਫ ਕਰਵੇਚਰ ਹੈ ਉਹ ਕਿੰਨਾ ਹੁੰਦਾ? ਇਨਫਾਈਨਾਈਟ। ਪ੍ਰੋਪਰਟੀ ਹੈ ਇਹਦੀ, the radius of curvature of plane mirror is infinite। second property है बच्चे दी, plane mirror form a virtual and erect image। देखो वर्चुअल ਦਾ ਮਤਲਬ ਹੁੰਦਾ ਬੱਚੇ ਇਮੇਜਿਨਰੀ। ਅੱਗੇ ਜਾ ਕੇ ਆਪਾਂ ਦੋ ਇਮੇजेस ਬਾਰੇ ਪੜਾਂਗੇ, ਇੱਕ ਰੀਅਲ, ਡਿਟੇਲ ਚ ਮੈਂ ਦੱਸੂਗਾ ਇਹਦੇ ਬਾਰੇ। ਇੱਕ ਰੀਅਲ ਇਮੇਜ, ਇੱਕ ਹੁੰਦੀ ਹੈ ਵਰਚੁਅਲ ਇਮੇਜ। ਉਹ ਨਾਮ ਤੋਂ ਕਲੀਅਰ ਹੈ, ਮੈਂ ਦੱਸ ਹੀ ਦਿੰਦਾ ਇੱਥੇ। ਰੀਅਲ ਇਮੇਜ ਜੋ ਐਕਚੁਅਲ ਦੇ ਵਿੱਚ ਬਣਦੀ ਹੈ, ਵਰਚੁਅਲ ਜਿਹੜੀ ਇਮੇਜਿਨਰੀ ਹੁੰਦੀ ਹੈ। ਤਾਂ ਜਿਹੜਾ ਪਲੇਨ ਮਿਰਰ ਹੈ ਨਾ ਉਹ ਇੱਕ ਇਮੇਜਿਨਰੀ ਇਮੇਜ ਬਣਾਉਂਦਾ ਹੈ, ਤੇ ਇਰੈਕਟ ਦਾ ਮਤਲਬ ਹੁੰਦਾ ਬੱਚੇ ਸਿੱਧਾ, ਮਤਲਬ ਸਿੱਧੀ ਇਮੇਜ ਬਣਾਉਂਦੀ ਹੈ। ਅੱਛਾ ਹੁਣ ਤੁਸੀਂ ਦੇਖੋ ਆਪਣੇ ਆਪ ਨੂੰ ਮਿਰਰ ਦੇ ਸਾਹਮਣੇ ਜਦੋਂ ਖੜਦੇ ਹੋ ਤਾਂ ਤੁਸੀਂ ਕੀ ਦੇਖਦੇ ਹੋ? ਤੁਹਾਡੇ ਹੈਡ ਦੇ ਸਾਹਮਣੇ ਤੁਹਾਨੂੰ ਹੈਡ ਦਿਖਾਈ ਦਿੰਦਾ ਹੈ, ਤੁਹਾਡੇ ਜਿਹੜੇ ਫੀਟ ਦੇ ਸਾਹਮਣੇ ਤੁਹਾਨੂੰ ਫੀਟ ਦਿਖਾਈ ਦਿੰਦੇ ਆ। ਕਦੇ ਐਵੇਂ ਹੁੰਦਾ ਵੀ ਤੁਸੀਂ ਖੜੇ ਤਾਂ ਐਵੇਂ ਹੋ, ਮੰਨ ਲਓ ਜਿਵੇਂ ਆ ਤੁਹਾਡਾ ਹੈਡ ਹੈ, ਆ ਤੁਹਾਡੇ ਫੀਟ ਨੇ ਮਿਰਰ ਦੇ ਵਿੱਚ, ਤੇ ਤੁਹਾਨੂੰ ਦਿਖਦਾ ਹੋਵੇ ਉਲਟਾ, ਹੈਡ ਤੁਹਾਡਾ ਨੀਚੇ ਹੋਵੇ ਫੀਟ ਤੁਹਾਡੇ ਉੱਪਰ ਹੋਵੇ। ਕਦੇ ਐਵੇਂ ਸਾਡੇ ਨਾਲ ਹੁੰਦਾ? ਆਨਸਰ ਹੈ ਨੋ। ਇਹਦਾ ਮਤਲਬ ਸਾਨੂੰ ਬਿਲਕੁਲ ਸਾਡੀ ਇਮੇਜ ਸਿੱਧੀ ਦਿਖਾਈ ਦਿੰਦੀ ਹੈ, ਤੇ ਸਿੱਧੀ ਨੂੰ ਅਸੀਂ ਕੀ ਬੋਲਦੇ ਹਾਂ? ਇਰੈਕਟ ਇਮੇਜ। ਵਰਚੁਅਲ, ਦੇਖੋ ਵਰਚੁਅਲ ਦਾ ਮਤਲਬ ਕਿ ਸ਼ੀਸ਼ੇ ਦੇ ਵਿੱਚ ਦੇਖੋ ਇਮੇਜ ਬਣਦੀ ਹੈ, ਅਸਲ 'ਚ ਥੋੜੀ ਇਮੇਜ ਹੁੰਦੀ ਹੈ, ਉਹ ਸ਼ੀਸ਼ੇ ਦੇ ਵਿੱਚ ਬਣਦੀ ਹੈ ਹਨਾ। ਜਿੱਦਾਂ ਅਸੀਂ ਸ਼ੀਸ਼ੇ ਦੇ ਪਿੱਛੇ ਖੜ ਕੇ ਦੇਖੀਏ ਸਾਨੂੰ ਕੀ ਇਮੇਜ ਉੱਥੇ ਦਿਖੂਗੀ? ਨਹੀਂ। ਤਾਂ ਜਿਹੜੀ ਇਹੋ ਜਿਹੀ ਇਮੇਜ ਹੈ ਜਿਹੜੀ ਸ਼ੀਸ਼ੇ ਦੇ ਵਿੱਚ ਬਣਦੀ ਹੈ, that image is known as a virtual image। ਮੈਂ ਅੱਗੇ ਜਾ ਕੇ ਇਹਦਾ ਡਿਫਰੈਂਸ ਕਲੀਅਰ ਕਰਵਾਉਂਗਾ, ਫਿਰ ਤੁਹਾਨੂੰ ਹੋਰ ਜ਼ਿਆਦਾ ਕਲੀਅਰ ਹੋਊਗਾ। ਇੱਕ ਵਾਰੀ ਐਵੇਂ ਧਿਆਨ 'ਚ ਰੱਖੋ, ਠੀਕ ਹੈ। ਇਰੈਕਟ ਦਾ ਮਤਲਬ ਤਾਂ ਬਿਲਕੁਲ ਕਲੀਅਰ ਹੁੰਦਾ ਵੀ ਸਿੱਧੀ ਇਮੇਜ। ਵਰਚੁਅਲ ਦਾ ਹਜੇ ਹੋ ਸਕਦਾ ਪ੍ਰੋਪਰ ਕਲੀਅਰ ਨਾ ਹੋ ਰਿਹਾ ਹੋਵੇ, ਕੋਈ ਗੱਲ ਨਹੀਂ, ਇਹਦੇ ਲਈ ਵੇਟ ਕਰੋ, ਠੀਕ ਹੈ ਜੀ। ਥਰਡ ਪ੍ਰੋਪਰਟੀ ਹੈ ਜੀ ਸਾਈਜ਼ ਆਫ ਇਮੇਜ, the size of object कर लो, size of image is equal to size of object। देखो ਜਦੋਂ ਅਸੀਂ ਮਿਰਰ ਦੇ ਸਾਹਮਣੇ ਖੜਦੇ ਹਾਂ, ਜਿੰਨਾ ਸਾਡਾ ਸਾਈਜ਼ ਹੈ ਉਹਨੇ ਸਾਈਜ਼ ਦੀ ਸਾਨੂੰ ਇਮੇਜ ਦਿਖਾਈ ਦਿੰਦੀ ਹੈ। ਇਹ ਨਹੀਂ ਹੈਗਾ ਵੀ ਸਾਡਾ ਸਾਈਜ਼ ਛੋਟਾ ਸਾਨੂੰ ਇਮੇਜ ਬਹੁਤ ਵੱਡੀ ਦਿਖਾਈ ਦਿੰਦੀ ਹੈ, ਜਾਂ ਸਾਡੀ ਸਾਈਜ਼ ਬਹੁਤ